ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਹਾਂ ਰਾਜਪਿੰਦਰ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸੰਜੀਵਨੀ। ਸਾਡਾ ਇਹ ਪ੍ਰੋਗਰਾਮ ਖਾਸ ਸਿਹਤ ਸਮੱਸਿਆਵਾਂ ਦੇ ਨਾਲ ਜੁੜਿਆ ਹੋਇਆ ਕਿਉਂਕਿ ਸਾਡਾ ਲਾਈਫ ਸਟਾਈਲ ਸਾਡਾ ਜੀਵਨ ਇਸ ਤਰ੍ਹਾਂ ਦਾ ਹੋ ਗਿਆ ਕਿ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਮਾਹਿਰ ਡਾਕਟਰ ਵੀ ਸਾਡੇ ਨਾਲ ਜੁੜਦੇ ਨੇ ਔਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਹਰ ਸਵਾਲ ਦਾ ਜਵਾਬ ਦਿੱਤਾ ਜਾ ਸਕੇ। ਅੱਜ ਕਿਉਂਕਿ 7 ਅਪ੍ਰੈਲ ਹੈ ਔਰ 7 ਅਪ੍ਰੈਲ ਨੂੰ ਵਰਲਡ ਹੈਲਥ ਡੇ ਵਜੋਂ ਮਨਾਇਆ ਜਾਂਦਾ ਹੈ। ਜੇਕਰ ਇਸ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ 1950 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਸੀ ਔਰ ਇਸ ਦਿਨ ਨੂੰ ਮਨਾਉਣ ਦਾ ਖਾਸ ਕਾਰਨ ਇਹ ਹੁੰਦਾ ਹੈ ਕਿ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਔਰ ਉਸ ਦਿਨ ਵੱਖ-ਵੱਖ ਜਗ੍ਹਾ ਤੇ ਪ੍ਰੋਗਰਾਮ ਕਰਵਾਏ ਜਾਂਦੇ ਆ, ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਔਰ ਇਸ ਦੀ ਸ਼ੁਰੂਆਤ WHO ਵੱਲੋਂ ਕੀਤੀ ਗਈ ਸੀ। ਅੱਜ ਵੀ ਅਸੀਂ ਵਰਲਡ ਹੈਲਥ ਡੇ ਮਨਾ ਰਹੇ ਹਾਂ ਔਰ ਅੱਜ ਵੀ ਮਾਹਿਰ ਡਾਕਟਰ ਸਾਡੇ ਨਾਲ ਹੋਣਗੇ। ਸਾਡਾ ਲਾਈਵ ਫੋਨ ਇਨ ਪ੍ਰੋਗਰਾਮ ਹੈ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਜੋ ਵੀ ਤੁਹਾਡੀ ਸਿਹਤ ਦੀ ਸਮੱਸਿਆ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਔਰ ਅੱਜ ਦਾ ਸਾਡਾ ਵਿਸ਼ਾ ਇਹ ਹੋਵੇਗਾ ਕਿ ਕਿਉਂ ਅਸੀਂ ਜਿਹੜਾ ਜ਼ਿਆਦਾ ਬਿਮਾਰ ਹੋ ਰਹੇ ਹਾਂ, ਕਿਉਂ ਸਾਡੀਆਂ ਸਮੱਸਿਆਵਾਂ ਵੱਧ ਗਈਆਂ ਨੇ, ਕੀ ਸਾਡਾ ਲਾਈਫ ਸਟਾਈਲ ਇਦਾਂ ਦਾ ਹੋ ਗਿਆ, ਜੇ ਹੋ ਗਿਆ ਤਾਂ ਉਸ ਤਰ੍ਹਾਂ ਦੇ ਲਾਈਫ ਸਟਾਈਲ ਨੂੰ ਅਸੀਂ ਕਿਵੇਂ ਸੈੱਟ ਕਰ ਸਕਦੇ ਹਾਂ। ਕੰਮ ਦਾ ਕਿਉਂਕਿ ਸਾਡੇ ਤੇ ਪ੍ਰੈਸ਼ਰ ਹੁੰਦਾ, ਹੋਰ ਬਹੁਤ ਸਾਰੀਆਂ ਚਿੰਤਾਵਾਂ ਹੁੰਦੀਆਂ, ਪਰ ਇਹਨਾਂ ਚਿੰਤਾਵਾਂ ਦੇ ਚੱਲਦਿਆਂ ਤੁਸੀਂ ਆਪਣੀ ਸਿਹਤ ਦਾ ਧਿਆਨ ਕਿਵੇਂ ਰੱਖਣਾ ਹੈ, ਇਸ ਦੇ ਬਾਰੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਸਿਹਤ ਸਮੱਸਿਆਵਾਂ ਕੀ ਨੇ, ਸਾਡਾ ਲਾਈਫ ਸਟਾਈਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਕਿਸ ਤਰ੍ਹਾਂ ਅਸੀਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹਾਂ, ਇਸ ਤੇ ਤੁਹਾਨੂੰ ਪਹਿਲਾਂ ਇੱਕ ਰਿਪੋਰਟ ਦਿਖਾਉਂਦੇ ਹਾਂ। 7 ਅਪ੍ਰੈਲ ਨੂੰ ਵਰਲਡ ਹੈਲਥ ਡੇ ਵਜੋਂ ਮਨਾਇਆ ਜਾਂਦਾ ਹੈ। ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਲਈ ਪ੍ਰੋਗਰਾਮ ਕਰਵਾਏ ਜਾਂਦੇ ਨੇ। ਇਸ ਦੀ ਸ਼ੁਰੂਆਤ 1950 ਵਿੱਚ ਹੋਈ ਸੀ। WHO ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੁੰਦਾ ਹੈ ਕਿਉਂਕਿ ਅੱਜ ਦੇ ਸਮੇਂ 'ਚ ਸਰੀਰ ਨੂੰ ਫਿੱਟ ਅਤੇ ਸਿਹਤ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੈ ਤੇ ਹਰੇਕ ਦਾ ਸੁਪਨਾ ਹੁੰਦਾ ਹੈ ਕਿ ਉਹ ਫਿੱਟ ਤੇ ਸ਼ਾਨਦਾਰ ਦਿਖਾਈ ਦੇਵੇ। ਉਸ ਦੇ ਲਈ ਰੋਜ਼ਾਨਾ ਸਾਈਕਲਿੰਗ, ਖੇਡਣਾ, ਕਸਰਤ, ਸੈਰ, ਯੋਗਾ ਕਰਨਾ ਚਾਹੀਦਾ ਹੈ। ਭੱਜ ਦੌੜ ਭਰੀ ਇਸ ਜ਼ਿੰਦਗੀ ਵਿੱਚ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਆਪਣੀ ਖੁਰਾਕ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਤੇ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਇਸ ਦੇ ਨਾਲ ਖਾਣ ਪੀਣ ਦੀਆਂ ਆਦਤਾਂ ਵਿੱਚ ਜਲਦੀ ਬਦਲਾਅ ਆਉਣ ਕਾਰਨ ਅਸੀਂ ਜਲਦੀ ਬਿਮਾਰ ਹੋ ਜਾਂਦੇ ਹਾਂ। ਆਪਣੀ ਖੁਰਾਕ ਵਿੱਚ ਬਦਲਾਅ ਲਿਆ ਕੇ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਫਿਟ ਰਹਿਣ ਲਈ ਸਾਨੂੰ ਕਿਹੜੀਆਂ ਚੀਜ਼ਾਂ ਨੂੰ ਆਪਣੀ ਡਾਈਟ 'ਚ ਸ਼ਾਮਿਲ ਕਰਨਾ ਚਾਹੀਦਾ ਹੈ, ਅੱਜ ਅਸੀਂ ਤੁਹਾਨੂੰ ਉਸ ਦੇ ਬਾਰੇ ਵਰਲਡ ਹੈਲਥ ਡੇ ਤੇ ਜਾਣਕਾਰੀ ਦੇ ਰਹੇ ਹਾਂ। ਕਿਉਂ ਵੱਧ ਰਹੀਆਂ ਨੇ ਸਿਹਤ ਸਮੱਸਿਆਵਾਂ? ਸਰੀਰਕ ਮਿਹਨਤ ਅਤੇ ਪੋਸ਼ਣ ਦੀ ਕਮੀ, ਮਾਨਸਿਕ ਸਮੱਸਿਆਵਾਂ, ਖਾਣ ਪੀਣ ਦਾ ਧਿਆਨ ਨਾ ਰੱਖਣਾ, ਕਸਰਤ ਨਾ ਕਰਨਾ। ਕਸਰਤ ਕਰਨਾ ਸਿਹਤ ਲਈ ਕਿਉਂ ਹੈ ਜ਼ਰੂਰੀ? ਸਰੀਰਕ ਤੌਰ ਤੇ ਕਿਰਿਆਸ਼ੀਲ ਅਤੇ ਸਿਹਤਮੰਦ ਰਹਿਣ ਵਿੱਚ ਸਹਾਇਤਾ ਕਰਦੀ ਹੈ ਕਸਰਤ। ਮਾਨਸਿਕ ਸਿਹਤ ਠੀਕ ਰਹਿੰਦੀ ਹੈ, ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦੀ ਹੈ, ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਂਦੀ ਹੈ ਕਸਰਤ। ਕਿਵੇਂ ਦਾ ਹੋਣਾ ਚਾਹੀਦਾ ਹੈ ਲਾਈਫ ਸਟਾਈਲ? ਕਸਰਤ ਨੂੰ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਸਮਝੋ। ਜਿੰਨਾ ਹੋ ਸਕੇ ਖੁਸ਼ ਰਹੋ। ਜੋ ਕੰਮ ਤੁਹਾਡੀ ਖੁਸ਼ੀ ਤੁਹਾਡੇ ਤੋਂ ਖੋਹ ਲਵੇ ਉਸ ਨੂੰ ਕਰਨ ਦਾ ਤਰੀਕਾ ਬਦਲੋ। ਦਿਨ ਦੇ ਕੰਮਕਾਜ ਦੇ ਦੌਰਾਨ ਕੁਝ ਦੇਰ ਆਰਾਮ ਜ਼ਰੂਰ ਕਰੋ, ਘੱਟ ਤਣਾਅ ਲਓ। ਕਿਵੇਂ ਜੀ ਸਕਦੇ ਹਾਂ ਸਿਹਤਮੰਦ ਜੀਵਨ? ਚੰਗੀ ਖੁਰਾਕ ਲੈਣ ਦੀ ਕੋਸ਼ਿਸ਼ ਕਰੋ। ਕੀਟਨਾਸ਼ਕਾਂ ਤੋਂ ਤਿਆਰ ਫਲ ਅਤੇ ਸਬਜ਼ੀਆਂ ਦਾ ਬਾਈਕਾਟ ਕਰੋ। ਰੋਜ਼ ਦੁੱਧ, ਦਹੀਂ ਤੇ ਪਨੀਰ ਵਰਗੀਆਂ ਚੀਜ਼ਾਂ ਖਾਓ। ਨਸ਼ੇ, ਸਿਗਰਟ, ਤੰਬਾਕੂ ਤੇ ਹੋਰ ਗਲਤ ਚੀਜ਼ਾਂ ਦਾ ਸੇਵਨ ਨਾ ਕਰੋ। ਜ਼ਿਆਦਾ ਪਾਣੀ ਪੀਓ ਤੇ ਰੋਜ਼ ਸਵੇਰੇ ਜਲਦੀ ਉੱਠੋ। ਸਾਡੀ ਸਿਹਤ ਕੁਦਰਤ ਵੱਲੋਂ ਬਖਸ਼ੀ ਗਈ ਅਨਮੋਲ ਦਾਤ ਹੈ। ਇਸ ਦਾ ਧਿਆਨ ਰੱਖਣਾ ਸਾਡਾ ਮੁੱਢਲਾ ਫਰਜ਼ ਹੈ। ਅਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਹੱਲ ਕਰਦੇ ਹਾਂ, ਆਪਣੀ ਸਿਹਤ ਦਾ ਖਿਆਲ ਰੱਖਣਾ ਭੁੱਲ ਜਾਂਦੇ ਹਾਂ। ਸਾਡੀ ਸਿਹਤ ਨੂੰ ਠੀਕ ਰੱਖਣਾ ਸਾਡੇ ਆਪਣੇ ਹੱਥ ਵੱਸ ਹੈ। ਅਸੀਂ ਜੋ ਖਾਵਾਂਗੇ ਉਸ ਦਾ ਸਿੱਧਾ ਅਸਰ ਸਾਡੀ ਸਿਹਤ ਉੱਪਰ ਪੈਣਾ ਹੈ। ਸੋ ਖਾਣ ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਆਓ ਪ੍ਰਣ ਕਰੀਏ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਜਿਉਣ ਦਾ ਤੇ ਸਿਹਤਮੰਦ ਜੀਵਨ ਜੀਣ ਦਾ। ਜੀ ਤੇ ਅੱਜ ਵਿਸ਼ਵ ਹੈਲਥ ਦਿਵਸ ਜਿਹੜਾ ਮਨਾਇਆ ਜਾ ਰਿਹਾ, ਵਰਲਡ ਹੈਲਥ ਡੇ ਮਨਾਇਆ ਜਾ ਰਿਹਾ, ਤਾਂ ਅੱਜ ਦਾ ਸਾਡਾ ਵਿਸ਼ਾ ਹੋਏਗਾ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹੋ, ਤੁਹਾਡੀ ਰੂਟੀਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਖਾਣਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਤੇ ਥੋੜੀ ਦੇਰ ਬਾਅਦ ਮਾਹਿਰ ਡਾਕਟਰ ਵੀ ਸਾਡੇ ਨਾਲ ਜੁੜਨਗੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਔਰ ਤੁਸੀਂ ਜਾਣ ਸਕਦੇ ਹੋ ਕਿ ਤੁਹਾਡੀ ਰੂਟੀਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਕਿਵੇਂ ਦਾ ਲਾਈਫ ਸਟਾਈਲ ਹੋਣਾ ਚਾਹੀਦਾ ਹੈ। ਇਹ ਵੀ ਇੱਕ ਵੱਡਾ ਸਵਾਲ ਹੈ ਔਰ ਇਹ ਵੀ ਹੁੰਦਾ ਕਿ ਅਸੀਂ ਸਿਹਤਮੰਦ ਜੀਵਨ ਹੈ ਜਿਹੜਾ ਕਿਵੇਂ ਜੀ ਸਕਦੇ ਹਾਂ। ਬਹੁਤ ਸਾਰੇ ਸਵਾਲ ਤੁਹਾਡੇ ਮਨਾਂ ਦੇ ਵਿੱਚ ਵੀ ਹੋ ਰਹੇ ਆ ਕਿਉਂਕਿ ਸਿਹਤ ਸਮੱਸਿਆਵਾਂ ਬਹੁਤ ਵੱਧ ਗਈਆਂ ਨੇ, ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਗਿਆ ਹੈ, ਬਿਮਾਰੀਆਂ ਇਸ ਤਰ੍ਹਾਂ ਦੀਆਂ ਵੱਧ ਗਈਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਘਾਤਕ ਨੇ ਤੇ ਸਾਨੂੰ ਇਹ ਲੱਗਦਾ ਹੈ ਕਿ ਲਾ ਇਲਾਜ ਨੇ। ਪਰ ਹਰ ਸਮੱਸਿਆ ਦਾ ਹੱਲ ਹੁੰਦਾ ਹੈ। ਜਦੋਂ ਤੁਹਾਨੂੰ ਵੀ ਕੋਈ ਸਮੱਸਿਆ ਲੱਗਦੀ ਹੈ, ਸਿਹਤਮੰਦ ਜੀਵਨ ਤੁਸੀਂ ਜੀਣਾ ਚਾਹੁੰਦੇ ਹੋ, ਸਿਹਤਮੰਦ ਜੀਵਨ ਤੁਸੀਂ ਕਿਸ ਤਰ੍ਹਾਂ ਜੀ ਸਕਦੇ ਹੋ, ਤੁਹਾਡੇ तमाम ਸਵਾਲਾਂ ਦੇ ਜਵਾਬ ਸਾਡੇ ਮਾਹਿਰ ਡਾਕਟਰ ਦੇਣਗੇ। ਤਾਂ ਸਾਡੇ ਨਾਲ ਮਾਹਿਰ ਡਾਕਟਰ ਵਿਸ਼ਵਦੀਪ ਗੋਇਲ ਸਾਡੇ ਨਾਲ ਜੁੜ ਚੁੱਕੇ ਨੇ। ਸਰ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ।
ਥੈਂਕ ਯੂ ਵੈਰੀ ਮਚ ਜੀ ਰਾਜਵਿੰਦਰ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਡੇਲੀ ਪੋਸਟ ਦਾ ਕਿ ਤੁਸੀਂ ਇਹ ਇੰਨਾ ਅੱਛਾ ਪ੍ਰੋਗਰਾਮ ਤੁਸੀਂ ਰਨ ਕਰਦੇ ਹੋ ਤਾਂ ਕਿ ਲੋਕਾਂ ਨੂੰ ਆਪਾਂ ਸਿਹਤ ਸੰਬੰਧੀ ਸਮੱਸਿਆਵਾਂ ਬਾਰੇ ਜਾਣਕਾਰੀ ਦੇ ਸਕੀਏ। ਜੀ ਔਰ ਡਾਕਟਰ ਗੋਇਲ, ਜਿਸ ਤਰ੍ਹਾਂ ਕਿ ਅੱਜ ਅਸੀਂ ਵਿਸ਼ਵ ਹੈਲਥ ਦਿਵਸ ਜਿਹੜਾ ਮਨਾ ਰਹੇ ਹਾਂ ਔਰ ਲੋਕ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ, ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਜੂਝ ਰਹੇ ਆ, ਤਾਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗੇ ਕਿ ਕਾਰਨ ਕੀ ਹੈ, ਕਿਉਂ ਲੋਕ ਇੰਨੇ ਜ਼ਿਆਦਾ ਬਿਮਾਰ ਹੋ ਰਹੇ ਆ। ਬਿਮਾਰੀਆਂ ਜੇਕਰ ਪਾਸਟ ਦੇ ਨਾਲ ਆਪਾਂ ਕੰਪੈਰੀਟਿਵ ਇਹਨੂੰ ਕੰਪੈਰੀਜ਼ਨ ਕਰੀਏ ਤਾਂ ਜਦੋਂ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਸੀ, ਘਰ ਦਾ ਸਾਰਾ ਕੰਮਕਾਰ ਖੁਦ ਕਰਦੇ ਸੀ, ਤਾਂ ਉਦੋਂ ਲੋਕ ਇੰਨੇ ਬਿਮਾਰ ਨਹੀਂ ਹੁੰਦੇ ਸੀ। ਰਾਜਿੰਦਰ ਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ ਤੇ ਜਿੱਦਾਂ ਜਿੱਦਾਂ ਆਪਣਾ ਡਿਵੈਲਪਮੈਂਟ ਹੋਈ ਹੈ ਆਪਣੇ ਕੰਟਰੀ ਦੇ ਵਿੱਚ, ਪੂਰੇ ਵਰਲਡ ਦੇ ਵਿੱਚ, ਉੱਦਾਂ ਹੀ ਜਿਹੜਾ ਡਿਜ਼ੀਜ਼ ਦਾ ਪੈਟਰਨ ਹੈ ਉਹ ਵੀ ਬਹੁਤ ਬਦਲ ਗਿਆ ਹੈ। ਜੀ ਤੇ ਜਿੱਦਾਂ ਪੁਰਾਣੇ ਟਾਈਮ ਦੇ ਵਿੱਚ ਆਪਣੇ ਕੋਲ ਇਨਫੈਕਸ਼ੀਅਸ ਡਿਜ਼ੀਜ਼ ਜਿਹੜੇ ਹੁੰਦੇ ਸੀ, ਕਮਿਊਨੀਕੇਬਲ ਡਿਜ਼ੀਜ਼ ਜ਼ਿਆਦਾ ਕਾਮਨ ਹੁੰਦੇ ਸੀ, ਜਦਕਿ ਅੱਜ ਦੀ ਘੜੀ ਦੇ ਵਿੱਚ ਆਪਾਂ ਦੇਖੀਏ ਤਾਂ ਨਾਨ ਕਮਿਊਨੀਕੇਬਲ ਡਿਜ਼ੀਜ਼ ਜਿਨ੍ਹਾਂ ਨੂੰ NCD ਕਿਹਾ ਜਾਂਦਾ ਹੈ ਉਹ ਜ਼ਿਆਦਾ ਕਾਮਨ ਹੈ। ਇਹ NCDs ਦੇ ਵਿੱਚ ਜਿਵੇਂ ਕਿ ਡਿਜ਼ੀਜ਼ਸ, ਸਰ ਆਪਾਂ ਗੱਲ ਤੁਹਾਡੇ ਨਾਲ ਕੰਟੀਨਿਊ ਰੱਖਦੇ ਹਾਂ, ਕਿਵੇਂ ਦਾ ਸਾਡਾ ਜਿਹੜਾ ਲਾਈਫ ਸਟਾਈਲ ਹੋਣਾ ਚਾਹੀਦਾ, ਅੱਜ ਅਸੀਂ ਉਸ ਵਿਸ਼ੇ ਤੇ ਗੱਲਬਾਤ ਕਰ ਰਹੇ ਹਾਂ। ਕਿਵੇਂ ਤੁਸੀਂ ਸਿਹਤਮੰਦ ਜੀਵਨ ਜੀ ਸਕਦੇ ਹੋ, ਸਿਹਤ ਸੰਬੰਧੀ ਸਮੱਸਿਆਵਾਂ ਕਿਉਂ ਵੱਧ ਰਹੀਆਂ ਨੇ, ਬਹੁਤ ਸਾਰੇ ਸਵਾਲ ਤੁਹਾਡੇ ਮਨਾਂ 'ਚ ਵੀ ਹੋਣਗੇ। ਤੇ ਕਸਰਤ ਕਰਨੀ, ਕਿਉਂਕਿ ਕਸਰਤ ਦਾ ਬਹੁਤ ਅਹਿਮ ਰੋਲ ਹੈ ਸਾਡੇ ਲਾਈਫ ਸਟਾਈਲ ਦੇ ਵਿੱਚ। ਕਸਰਤ ਕਰਨੀ ਚਾਹੀਦੀ ਹੈ ਔਰ ਜੇਕਰ ਤੁਹਾਡੇ ਕੋਲ ਟਾਈਮ ਨਹੀਂ ਹੈ, ਤੁਸੀਂ ਜਿਮ ਨਹੀਂ ਜਾ ਸਕਦੇ, ਤਾਂ ਘਰ ਦੇ ਵਿੱਚ ਰਹਿ ਕੇ ਤੁਸੀਂ ਆਪਦੇ ਆਪ ਨੂੰ ਕਿਵੇਂ ਸਿਹਤਮੰਦ ਰੱਖ ਸਕਦੇ ਹੋ, ਇਹਨਾਂ ਸਾਰੇ ਸਵਾਲਾਂ ਦੇ ਜਵਾਬ ਸਾਡੇ ਮਾਹਿਰ ਡਾਕਟਰ ਤੁਹਾਨੂੰ ਦੇਣਗੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਜੀ ਡਾਕਟਰ ਵਿਸ਼ਵਦੀਪ, ਜਿਸ ਤਰ੍ਹਾਂ ਕਿ ਆਪਾਂ ਗੱਲ ਕਰ ਹੀ ਰਹੇ ਸੀ ਕਿ ਕਿਉਂ ਸਮੱਸਿਆਵਾਂ ਜ਼ਿਆਦਾ ਵੱਧ ਰਹੀਆਂ ਨੇ। ਜੀ ਬਿਲਕੁਲ ਰਾਜਿੰਦਰ ਜੀ, ਸੋ ਇੱਕ ਜਿਹੜਾ ਮੇਜਰ ਕਾਰਨ ਜੋ ਮੈਂ ਸਮਝਦਾ ਹਾਂ ਕਿ ਜੀ ਅੱਜ ਦੀ ਘੜੀ ਦੇ ਵਿੱਚ ਆਪਾਂ ਫੇਸ ਕਰਦੇ ਹਾਂ ਉਹ ਹੈ ਆਪਣਾ ਲਾਈਫ ਸਟਾਈਲ। ਆਪਣਾ ਖਾਣ ਪਾਣ ਜਿਹੜਾ ਬਹੁਤ ਬਦਲ ਗਿਆ ਹੈ। ਜਿਵੇਂ ਪੁਰਾਣੇ ਟਾਈਮ ਦੇ ਵਿੱਚ ਲੋਕੀ ਪਿੰਡਾਂ 'ਚ ਰਹਿੰਦੇ ਸੀਗੇ, ਖਾਣ ਪੀਣ ਸ਼ੁੱਧ ਹੁੰਦਾ ਸੀਗਾ, ਘਰ ਦਾ ਖਾਣਾ ਖਾਂਦਿਆਂ ਹੁੰਦਾ ਸੀਗਾ, ਜਿਹੜਾ ਕਿ ਅੱਜ ਬਦਲ ਗਿਆ ਹੈ। ਅੱਜ ਆਪਾਂ ਜੰਕ ਫੂਡ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ, ਜਿਹੜਾ ਆਪਣਾ ਫੈਟ ਦਾ ਕੰਟੈਂਟ ਹੈ ਉਹ ਫੂਡ ਦੇ ਵਿੱਚ ਬਹੁਤ ਵੱਧ ਗਿਆ ਹੈ, ਜਿਹਦੇ ਕਰਕੇ ਕਿ ਬਹੁਤ ਸਾਰੀਆਂ ਡਿਜ਼ੀਜ਼ਸ ਹੋਣ ਲੱਗ ਗਈਆਂ ਨੇ। ਡਾਈਜੈਸ਼ਨ ਜਿਹੜੀ ਪਾਚਨ ਸ਼ਕਤੀ ਹੈ ਲੋਕਾਂ ਦੀ ਘਟ ਗਈ ਹੈ। ਇਹਦੇ ਨਾਲ ਨਾਲ ਹੀ ਜਿਹੜਾ ਆਪਣਾ ਫਿਜ਼ੀਕਲ ਐਕਟੀਵਿਟੀ ਸੀ, ਉਹ ਸਵੇਰੇ ਆਪਾਂ ਕੰਮ ਤੇ ਜਾਣਾ, ਵਾਕ ਕਰਨਾ, ਸਾਈਕਲ ਯੂਜ਼ ਕਰਨਾ, ਉਹ ਚੀਜ਼ਾਂ ਜਿਹੜੀਆਂ ਘਟ ਗਈਆਂ ਨੇ। ਉਹਦੇ ਕਰਕੇ ਵੀ ਜਿਹੜਾ ਹੈ ਇੱਕ ਮੇਜਰ ਫੈਕਟਰ ਹੈ ਕਿ ਜਿਹਦੇ ਕਰਕੇ ਫਿਜ਼ੀਕਲ ਐਕਟੀਵਿਟੀ ਘਟਣ ਕਰਕੇ ਮੈਟਾਬੋਲਿਕ ਡਿਜ਼ੀਜ਼ ਵੱਧ ਗਏ ਨੇ। ਤੇ ਇਹ ਤੋਂ ਇਲਾਵਾ ਸਟ੍ਰੈਸ ਜਿਹੜਾ ਹੈ ਉਹ ਇੱਕ ਮੇਜਰ ਫੈਕਟਰ ਹੈ, ਜਿਹੜਾ ਕਿ ਕਿਸੇ ਵੀ ਤਰ੍ਹਾਂ ਦਾ ਸਟ੍ਰੈਸ ਹੋ ਸਕਦਾ ਹੈ, ਚਾਹੇ ਕੰਮ ਦਾ ਪ੍ਰੈਸ਼ਰ ਹੈ, ਚਾਹੇ ਫੈਮਿਲੀ ਪ੍ਰੈਸ਼ਰਸ ਨੇ, ਉਹ ਸਾਰੇ ਰੀਜ਼ਨਸ ਨੇ। ਪਰਿਵਾਰ ਛੋਟੇ ਹੋ ਗਏ ਨੇ, ਨਿਊਕਲੀਅਰ ਫੈਮਿਲੀਜ਼ ਹੋ ਗਈਆਂ ਨੇ, ਉਹ ਸਾਰੇ ਜਿਹੜੇ ਇਮੋਸ਼ਨਲ ਸਪੋਰਟ ਸਿਸਟਮ ਹੁੰਦੇ ਸੀ ਪੁਰਾਣੇ ਟਾਈਮ ਦੇ ਵਿੱਚ ਉਹ ਘਟ ਗਏ ਨੇ। ਤੇ ਸਟ੍ਰੈਸ ਇੱਕ ਜਿਹੜਾ ਹੈ ਇੱਕ ਮੇਜਰ ਫੈਕਟਰ ਹੈ। ਤੇ ਇਹ ਸਾਰੇ ਲਾਈਫ ਸਟਾਈਲ ਪ੍ਰੋਬਲਮ ਜਿਹੜੀਆਂ ਹੈਗੀਆਂ, ਚੇਂਜਸ ਜਿਹੜੀਆਂ ਹੈਗੀਆਂ ਨੇ, ਉਹਨਾਂ ਕਰਕੇ ਜਿਹੜੀ ਆਪਾਂ ਦੇਖਦੇ ਹਾਂ ਕਿ ਜਿਹੜੇ ਡਿਜ਼ੀਜ਼ਸ ਹੈ ਉਹ ਬਹੁਤ ਜ਼ਿਆਦਾ ਵੱਧ ਰਹੇ ਨੇ। ਜੀ ਔਰ ਇਹਨਾਂ ਸਭ ਦੇ ਵਿੱਚ ਅਸੀਂ ਆਪਦੇ ਆਪ ਨੂੰ ਕਿਵੇਂ ਮੇਨਟੇਨ ਕਰਕੇ ਕਿੱਦਾਂ ਹੈਲਦੀ ਲਾਈਫ ਸਟਾਈਲ ਅਸੀਂ ਅਪਣਾ ਸਕਦੇ ਹਾਂ। ਬਿਲਕੁਲ, ਅੱਜ ਦੀ ਘੜੀ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜਾ ਹੈ ਆਪਾਂ ਆਪਣਾ ਖਾਣ ਪਾਣ ਇੱਕ ਤਾਂ ਆਪਾਂ ਠੀਕ ਕਰੀਏ। ਆਪਾਂ ਜਿਹੜੇ ਹੈਗੇ ਜੀ ਕਿ ਜੰਕ ਫੂਡ ਅਵੋਇਡ ਕਰੀਏ, ਬਾਹਰਲਾ ਖਾਣਾ ਘੱਟ ਕਰੀਏ, ਤਰਲ ਜਿਹੜੇ ਆਪਣੇ ਤੇਲ ਵਾਲਾ ਚੀਜ਼ਾਂ ਨੇ ਉਹ ਘੱਟ ਕਰੀਏ, ਅਨਾਜ ਜ਼ਿਆਦਾ ਖਾਈਏ, ਜਿਹੜਾ ਮੋਟਾ ਅਨਾਜ ਹੈ ਉਹ ਜ਼ਿਆਦਾ ਯੂਜ਼ ਕਰੀਏ। ਇਹਨਾਂ ਚੀਜ਼ਾਂ ਨਾਲ ਆਪਣਾ ਜਿਹੜਾ ਹੈ ਆਪਣਾ ਫੂਡ ਸਟਾਈਲ ਚੇਂਜ ਕਰੀਏ। ਇਹ ਚੀਜ਼ਾਂ ਇੰਪੋਰਟੈਂਟ ਹੈ। ਇਹਦੇ ਨਾਲ ਨਾਲ ਫਿਜ਼ੀਕਲ ਐਕਟੀਵਿਟੀ ਕਰਨਾ ਬਹੁਤ ਜ਼ਰੂਰੀ ਹੈ। ਆਪਾਂ ਐਟਲੀਸਟ ਆਪਣਾ ਕਿਸੇ ਨਾ ਕਿਸੇ ਤਰੀਕੇ ਨਾਲ ਵਾਕ ਕਰੀਏ ਜਾਂ ਸਾਈਕਲਿੰਗ ਕਰੀਏ, ਜਿਸ ਤਰ੍ਹਾਂ ਦਾ ਵੀ ਤੁਹਾਡਾ ਲਾਈਫ ਸਟਾਈਲ ਹੈ ਉਸ ਦੇ 'ਚ ਆਪਾਂ ਅਡੈਪਟ ਕਰੀਏ ਆਪਣੇ ਆਪ ਨੂੰ ਕਿ ਆਪਾਂ ਐਕਟੀਵਿਟੀ ਜ਼ਰੂਰ ਕਰੀਏ। ਬਹੁਤ ਲੰਬੇ ਸਮੇਂ ਤੱਕ ਆਪਾਂ ਬੈਠੇ ਨਾ ਰਹੀਏ। ਜਿਹੜੇ ਲੋਕੀ ਕੰਪਿਊਟਰ ਤੇ ਕੰਮ ਕਰਦੇ ਉਹਨਾਂ ਵਾਸਤੇ ਖਾਸ ਜ਼ਰੂਰੀ ਹੈ ਕਿ ਉਹ ਸਹੀ ਤਰ੍ਹਾਂ ਦਾ ਫਰਨੀਚਰ ਯੂਜ਼ ਕਰਨ ਤੇ ਆਪਣਾ ਥੋੜੇ ਟਾਈਮ ਬਾਅਦ ਬ੍ਰੇਕ ਲੈਣ। ਇਹ ਸਾਰੀ ਚੀਜ਼ਾਂ ਹੈ ਜਿਹੜੀਆਂ ਜ਼ਰੂਰੀ ਨੇ। ਇਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਚੀਜ਼ ਮੈਂ ਸਮਝਦਾ ਉਹ ਹੈ ਕਿ ਆਪਾਂ ਸਟ੍ਰੈਸ ਫ੍ਰੀ ਹੋਈਏ, ਆਪਾਂ ਮੈਡੀਟੇਸ਼ਨ ਕਰੀਏ, ਯੋਗਾ ਕਰੀਏ, ਜਾਂ ਆਪਾਂ ਕੋਈ ਹੌਬੀ ਆਪਣੀ ਡਿਵੈਲਪ ਕਰੀਏ ਜਿਹਦੇ 'ਚ ਕਿ ਆਪਾਂ ਆਪਣੇ ਆਪ ਨੂੰ ਡਾਇਵਰਟ ਕਰ ਸਕੀਏ, ਧਿਆਨ ਡਾਇਵਰਟ ਕਰ ਸਕੀਏ। ਤੇ ਇਹ ਚੀਜ਼ਾਂ ਜਿਹੜੀਆਂ ਹੈ ਉਹ ਇੰਪੋਰਟੈਂਟ ਨੇ, ਜਿਹੜੀਆਂ ਆਪਾਂ ਲਾਈਫ ਸਟਾਈਲ ਦੇ ਵਿੱਚ ਚੇਂਜਸ ਕਰ ਸਕਦੇ ਹਾਂ ਤੇ ਉਹਦੇ ਨਾਲ ਆਪਣਾ ਹੈ ਕਿ ਇੱਕ ਹੈਲਦੀ ਲਾਈਫ ਆਪਾਂ ਜੀ ਸਕਦੇ ਹਾਂ। ਇਹਦੇ ਨਾਲ ਨਾਲ ਸਾਡੀ ਇੱਕ ਰਿਕਮੈਂਡੇਸ਼ਨ ਹੈ ਡਾਕਟਰਸ ਦੀ ਕਿ ਤੁਸੀਂ ਇੱਕ ਸਰਟਨ ਏਜ ਤੋਂ ਬਾਅਦ ਆਪਣਾ ਹੈਲਥ ਚੈੱਕਅਪ ਜ਼ਰੂਰ ਕਰਾਓ। ਆਪਣਾ ਐਨੂਅਲ ਹੈਲਥ ਚੈੱਕਅਪ ਕਰਾਓ ਜਾਂ 2 ਸਾਲ 'ਚ ਇੱਕ ਵਾਰੀ ਹੈਲਥ ਚੈੱਕਅਪ ਕਰਾਈਏ, ਤਾਂ ਉਹਦੇ ਨਾਲ ਵੀ ਆਪਾਂ ਜਿਹੜੀਆਂ ਕਿ ਕਾਫੀ ਸਾਰੀ ਪ੍ਰੋਬਲਮਸ ਨੂੰ ਜਿਹੜਾ ਆਪਾਂ ਟਾਈਮਲੀ ਆਈਡੈਂਟੀਫਾਈ ਕਰ ਸਕਦੇ ਹਾਂ ਤੇ ਸਹੀ ਟ੍ਰੀਟਮੈਂਟ ਆਪਾਂ ਸਟਾਰਟ ਕਰ ਸਕਦੇ ਹਾਂ। ਜੀ ਡਾਕਟਰ ਗੋਇਲ, ਜਿਸ ਤਰ੍ਹਾਂ ਤੁਸੀਂ ਇਹ ਕਿਹਾ ਕਿ ਸਾਡੇ ਖਾਣ ਪੀਣ ਦਾ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ। ਕਈ ਵਾਰੀ ਕੀ ਹੁੰਦਾ ਕਿ ਅਸੀਂ ਮਾਰਨਿੰਗ ਡਿਊਟੀ ਤੇ ਜਾ ਰਹੇ ਹਾਂ ਤੇ ਬੜੀ ਕਾਹਲੀ 'ਚ ਹੁੰਦੇ ਹਾਂ ਤੇ ਸਾਨੂੰ ਇਹ ਹੁੰਦਾ ਕਿ ਕਈ ਵਾਰੀ ਖਾਣਾ ਖਾ ਲਿਆ ਜਾਂ ਜੋ ਵੀ ਬਣਿਆ ਹੋਇਆ ਅਸੀਂ ਖਾ ਲਿਆ, ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੀ ਖਾਣੇ ਨੂੰ ਲੈ ਕੇ ਰੂਟੀਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਕਿਹੜੀਆਂ ਚੀਜ਼ਾਂ ਨੂੰ ਖਾਣੇ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ?
ਬਿਲਕੁਲ ਰਾਜਿੰਦਰ ਜੀ, ਤੁਹਾਡੀ ਗੱਲ ਸਹੀ ਹੈ ਕਿ ਅੱਜ ਦੇ ਇੰਨੀ ਭੱਜ ਦੌੜ ਹੈ ਆਪਣੇ ਕੋਲ ਕਿ ਜੀ ਆਪਾਂ ਨੂੰ ਕਿਸੇ ਵੀ ਟਾਈਮ ਤੇ ਨਹੀਂ ਮਿਲਦਾ, ਖਾਣਾ ਖਾਣ ਦਾ ਵੀ ਟਾਈਮ ਇਨਫੈਕਟ ਲੋਕਾਂ ਨੂੰ ਨਹੀਂ ਮਿਲਦਾ ਹੈ। ਜੀ ਤੇ ਸਾਨੂੰ ਚਾਹੀਦਾ ਹੈ ਕਿ ਜੀ ਅਸੀਂ ਬ੍ਰੇਕਫਾਸਟ ਹੈਲਦੀ ਕਰੀਏ। ਹੂੰ ਬ੍ਰੇਕਫਾਸਟ ਦੇ ਵਿੱਚ ਖਾਸ ਕਰਕੇ ਤੁਸੀਂ ਜਿਹੜੀ ਵੀ ਆਪਣੀ ਡਾਈਟ ਯੂਜ਼ ਕਰਦੇ ਹੋ ਉਹਦੇ ਵਿੱਚ ਫਰੂਟਸ ਵਗੈਰਾ ਜ਼ਰੂਰ ਐਡ ਕਰੋ। ਇਹ ਜੀ ਤੋਂ ਇਲਾਵਾ ਦਿਨ ਦੇ ਵਿੱਚ ਆਪਾਂ ਇੱਕ ਲਾਈਟ ਆਪਣਾ ਲੰਚ ਥੋੜਾ ਜਿਹਾ ਲਾਈਟ ਰੱਖਣਾ ਚਾਹੀਦਾ ਹੈ, ਤੇ ਈਵਨਿੰਗ ਦੇ ਵਿੱਚ ਡਿਨਰ ਜਿਹੜਾ ਹੈ ਸਭ ਤੋਂ ਘੱਟ ਕਰਨਾ ਚਾਹੀਦਾ ਹੈ। ਜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਸੀਂ ਡਿਨਰ ਜਲਦੀ ਕਰੋ, ਤੇ ਡਿਨਰ ਤੇ ਸੌਣ ਦੇ ਵਿੱਚ ਥੋੜਾ ਜਿਹਾ ਘੱਟੋ ਘੱਟ 1.5-2 ਘੰਟੇ ਦਾ ਗੈਪ ਹੋਣਾ ਚਾਹੀਦਾ ਹੈ। ਜੇ ਜੀ ਆਪਾਂ ਖਾਣਾ ਖਾਣ ਸਾਰ ਇਮੀਡੀਏਟਲੀ ਆਪਾਂ ਸੋ ਜਾਈਏ ਤਾਂ ਜਿਹੜੀ ਬੋਡੀ ਹੈ ਉਹ ਉਸ ਖਾਣੇ ਨੂੰ ਪ੍ਰੋਪਰਲੀ ਡਾਈਜੈਸਟ ਨਹੀਂ ਕਰ ਪਾਉਂਦੀ, ਜਿਹਦੇ ਜੀ ਕਰਕੇ ਵੀ ਹੋਰ ਪ੍ਰੋਬਲਮਸ ਹੋ ਸਕਦੀਆਂ ਨੇ। ਜੀ ਇਸ ਤੋਂ ਇਲਾਵਾ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ, ਘੱਟੋ ਘੱਟ 2.5 ਤੋਂ 3 ਲੀਟਰ ਪਾਣੀ ਜਿਹੜਾ ਹੈ ਕਿ ਲੋਕਾਂ ਨੂੰ ਰੈਗੂਲਰਲੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਹੜੇ ਕੁਝ ਜ਼ਿਆਦਾ ਐਕਟੀਵਿਟੀ ਕਰਦੇ ਉਹਨਾਂ ਵਾਸਤੇ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਹੋਰ ਜ਼ਿਆਦਾ ਹੋ ਸਕਦੀ ਹੈ। ਜੀ ਇਹ ਤੋਂ ਇਲਾਵਾ ਫਰੂਟਸ ਤੇ ਵੈਜੀਟੇਬਲ ਜਿਹੜੀਆਂ ਕਿ ਹਰੀ ਸਬਜ਼ੀਆਂ ਨੇ ਹੂੰ ਉਹਨਾਂ ਨੂੰ ਆਪਾਂ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰੀਏ। ਜੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਮੋਟਾ ਅਨਾਜ, ਸਾਬਤ ਅਨਾਜ ਜਿਹੜਾ ਹੈਗਾ ਆਪਾਂ ਰੈਗੂਲਰਲੀ ਕਰਨਾ ਚਾਹੀਦਾ ਹੈ, ਯੂਜ਼ ਕਰਨਾ ਚਾਹੀਦਾ ਹੈ। ਜੀ ਤੇ ਮੈਦਾ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਰਿਫਾਈਨਡ ਚੀਜ਼ਾਂ ਨੇ, ਸ਼ੂਗਰਸ ਨੇ, ਉਹਨਾਂ ਨੂੰ ਆਪਾਂ ਨੂੰ ਘਟਾਉਣਾ ਚਾਹੀਦਾ ਹੈ। ਜੀ ਜੇ ਆਪਾਂ ਇਹ ਸਾਰੀ ਚੀਜ਼ਾਂ ਆਪਾਂ ਅਪਣਾਉਂਦੇ ਹਾਂ ਆਪਣੇ ਰੂਟੀਨ ਦੇ ਵਿੱਚ, ਆਪਣੀ ਲਾਈਫ ਦੇ ਵਿੱਚ, ਇਸ ਚੀਜ਼ਾਂ ਨਾਲ ਆਪਾਂ ਆਪਣਾ ਜਿਹੜਾ ਹੈ ਥੋੜਾ ਜਿਹਾ ਲਾਈਫ ਸਟਾਈਲ ਹੋਰ ਅੱਛਾ ਬੈਟਰ ਕਰ ਸਕਦੇ ਹਾਂ। ਜੀ ਡਾਕਟਰ ਗੋਇਲ, ਕੀ ਏਜ ਦੇ ਅਕੋਰਡਿੰਗ ਵੀ ਜਿਹੜਾ ਸਾਡਾ ਖਾਣੇ ਦਾ ਹੋਣਾ ਚਾਹੀਦਾ ਹੈ ਕਿ ਕਿੰਨੇ ਤੁਹਾਨੂੰ ਪੌਸ਼ਟਿਕ ਤੱਤ ਚਾਹੀਦੇ ਆ ਅਕੋਰਡਿੰਗ ਟੂ ਏਜ? ਬਿਲਕੁਲ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਤੇ ਜਿਵੇਂ ਕਿ ਜਿਹੜੇ ਯੰਗ ਬੱਚੇ ਨੇ, ਗਰੋਇੰਗ ਜੀ ਏਜ ਦੇ ਵਿੱਚ ਹੈ, ਉਹਨਾਂ ਨੂੰ ਇੱਕ ਅਲੱਗ ਤਰ੍ਹਾਂ ਦੀ ਡਾਈਟ ਦੀ ਲੋੜ ਹੁੰਦੀ ਹੈ। ਤੇ ਹੂੰ ਜਿੱਦਾਂ ਜਿੱਦਾਂ ਆਪਣੀ ਏਜ ਵੱਧਦੀ ਹੈ ਉਸ ਤਰ੍ਹਾਂ ਦੀ ਜਿਹੜੀ ਆਪਾਂ ਨੂੰ ਆਪਣੀ ਡਾਈਟ ਦੇ ਵਿੱਚ ਵੀ ਚੇਂਜਸ ਰੈਗੂਲਰਲੀ ਕਰਨੀਆਂ ਚਾਹੀਦੀਆਂ ਨੇ। ਜੀ ਯੰਗ ਬੱਚਿਆਂ ਨੂੰ, ਜਿਨ੍ਹਾਂ ਨੂੰ ਉਹਨਾਂ ਗਰੋਇੰਗ ਏਜ ਦੇ ਵਿੱਚ ਉਹਨਾਂ ਨੂੰ ਕਾਰਬੋਹਾਈਡਰੇਟਸ, ਫੈਟਸ ਵਗੈਰਾ ਉਹ ਵੀ ਥੋੜੇ ਥੋੜੇ ਰਿਕੁਆਇਰਮੈਂਟ ਹੁੰਦੀ ਹੈ। ਬਟ ਹੂੰ ਜਿੱਦਾਂ ਤੁਹਾਡੀ ਏਜ ਵੱਧਦੀ ਹੈ ਤਾਂ ਤੁਸੀਂ ਆਪਣਾ ਕਾਰਬੋਹਾਈਡਰੇਟਸ, ਰਿਫਾਈਨਡ ਸ਼ੂਗਰਸ ਤੇ ਫੈਟ ਦੀ ਮਾਤਰਾ ਘਟਾਉਣੀ ਚਾਹੀਦੀ ਹੈ। ਜੀ ਫਰੂਟਸ ਤੇ ਵੈਜੀਟੇਬਲਸ ਕਰਨੇ ਚਾਹੀਦੇ ਨੇ। ਇਸ ਤੋਂ ਹੂੰ ਇਲਾਵਾ ਏਜ ਦੇ ਨਾਲ ਨਾਲ ਤੁਸੀਂ ਆਪਣੀ ਜਿਹੜੀ ਕੁਆਂਟੀਟੀ ਜਿਹੜੀ ਹੈ ਉਹ ਵੀ ਆਪਾਂ ਨੂੰ ਘਟਾਉਣੀ ਚਾਹੀਦੀ ਹੈ। ਉਹਦੀ ਜਗ੍ਹਾ ਤੇ ਆਪਾਂ ਨੂੰ ਫ੍ਰੀਕੁਐਂਟ ਮੀਲਸ ਲੈਣੇ ਚਾਹੀਦੇ ਨੇ। ਹੂੰ ਬਾਰ-ਬਾਰ ਆਪਾਂ ਮੀਲਸ ਲਈਏ, ਛੋਟੇ ਅੰਤਰਾਲ ਤੋਂ ਬਾਅਦ ਮੀਲ ਲਈਏ, ਜੀ ਨਾ ਕਿ ਆਪਾਂ ਇਕੱਠਾ ਇੱਕੋ ਹੀ ਟਾਈਮ ਤੇ ਜ਼ਿਆਦਾ ਆਪਾਂ ਖਾਣਾ ਖਾ ਲਈਏ, ਪੇਟ ਭਰ ਲਈਏ, ਤੇ ਉਹਦੇ ਨਾਲ ਜਿਹੜੀ ਹੈ ਡਾਈਜੈਸ਼ਨ ਸਲੋ ਹੋ ਜਾਂਦੀ ਹੈ, ਜਿਹਦੇ ਨਾਲ ਕਿ ਬਾਅਦ ਚੋਂ ਪ੍ਰੋਬਲਮਸ ਹੋ ਸਕਦੀਆਂ ਨੇ। ਜੀ ਡਾਕਟਰ ਗੋਇਲ, ਇੱਕ ਜਿਹੜੀ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਆਪਦੇ ਆਪ ਨੂੰ ਸਰੀਰਕ, ਮਾਨਸਿਕ ਤੇ ਸਮਾਜਿਕ ਕਿੱਦਾਂ ਆਪਦੇ ਆਪ ਨੂੰ ਅਸੀਂ ਬੈਲੈਂਸ ਕਰ ਸਕਦੇ ਹਾਂ? ਕਿਉਂਕਿ ਕਈ ਵਾਰੀ ਕੰਮ ਹੁੰਦਾ ਹੈ, ਅਸੀਂ ਮਾਨਸਿਕ ਤੌਰ ਤੇ ਸਾਡੇ ਸਟ੍ਰੈਸ ਹੁੰਦਾ ਹੈ, ਜਾਂ ਅਸੀਂ ਪ੍ਰੈਜ਼ੈਂਟ ਨਹੀਂ ਹੁੰਦੇ ਕੰਮ ਤੇ, ਤਾਂ ਤਿੰਨਾਂ ਨੂੰ ਅਸੀਂ ਬੈਲੈਂਸ ਕਿਵੇਂ ਕਰ ਸਕਦੇ ਹਾਂ ਆਪਦੀ ਲਾਈਫ ਦੇ ਵਿੱਚ? ਬਿਲਕੁਲ, ਜਿਹੜੀ ਤੁਹਾਡੀ ਗੱਲ ਕਹੀ ਹੈ ਕਿ ਬਹੁਤ ਇੰਪੋਰਟੈਂਟ, ਆਈ ਥਿੰਕ ਮਾਨਸਿਕ ਲੈਵਲ ਤੇ ਜਿਹੜਾ ਹੈ ਕਿ ਆਪਾਂ ਜੀ ਨੂੰ ਅਲਰਟ ਰਹਿਣਾ, ਆਪਣੇ ਆਪ ਨੂੰ ਹੈਲਦੀ ਰੱਖਣਾ, ਉਹ ਬਹੁਤ ਜ਼ਰੂਰੀ ਹੈ। ਉਹਦੇ ਵਾਸਤੇ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰ ਸਕਦੇ ਹਾਂ। ਚਾਹੇ ਕੋਈ ਮੈਡੀਟੇਸ਼ਨ ਜਿਹੜੀ ਹੈ ਉਹ ਇੱਕ ਬਹੁਤ ਇੰਪੋਰਟੈਂਟ ਲਾਈਫ 'ਚ ਆਪਣਾ ਜੀ ਇੱਕ ਹਿੱਸਾ ਹੋਣਾ ਚਾਹੀਦਾ ਹੈ। ਇਹ ਤੋਂ ਹੂੰ ਇਲਾਵਾ ਯੋਗਾ ਦੇ ਬਹੁਤ ਸਾਰੇ ਬੈਨੀਫਿਟਸ ਨੇ, ਤੇ ਜਿਹੜੇ ਵੀ ਲੋਕੀ ਯੋਗਾ ਕਰ ਸਕਦੇ ਨੇ ਫਿਜ਼ੀਕਲੀ, ਹੂੰ ਉਹ ਠੀਕ ਨੇ ਤੇ ਉਹ ਯੋਗਾ ਕਰ ਸਕਦੇ ਨੇ। ਉਹਨਾਂ ਨੂੰ ਯੋਗਾ ਜ਼ਰੂਰ ਕਰਨਾ ਚਾਹੀਦਾ ਹੈ, ਚਾਹੇ ਕਿਸੇ ਵੀ ਫਾਰਮ 'ਚ ਕਰੀਏ, ਆਪਾਂ ਉਹਨੂੰ ਹੈਲਪ, ਦੈਟ ਵਿਲ ਹੈਲਪ। ਇਹ ਤੋਂ ਇਲਾਵਾ ਆਪਾਂ ਕੋਈ ਨਾ ਕੋਈ ਹੌਬੀ ਜ਼ਰੂਰ ਡਿਵੈਲਪ ਕਰੀਏ, ਚਾਹੇ ਜੀ ਉਹ ਮਿਊਜ਼ਿਕ ਸੁਣਨਾ ਹੋਵੇ, ਕੋਈ ਆਪਾਂ ਕਿਸੇ ਨੂੰ ਗਾਣ ਦਾ ਸ਼ੌਕ ਹੈ ਤਾਂ ਉਹ ਗਾਣਾ ਗਾ ਸਕਦੇ ਨੇ, ਕੋਈ ਪੇਂਟਿੰਗ ਕਰੀਏ, ਜਾਂ ਕੋਈ ਇਸ ਤਰ੍ਹਾਂ ਦੀ ਕੋਈ ਵੀ ਐਕਟੀਵਿਟੀ ਜਿਹੜੀ ਹੈਗੀ ਕਿ ਜਿਹੜੀ ਆਪਾਂ ਨੂੰ ਮਾਨਸਿਕ ਤੌਰ ਤੇ ਆਪਾਂ ਨੂੰ ਐਕਟਿਵ ਰੱਖ ਸਕੇ, ਤੇ ਹੂੰ ਆਪਾਂ ਨੂੰ ਜਿਹੜੀ ਡੇਲੀ ਦੇ ਸਟ੍ਰੈਸ ਹੈ ਉਹਦੇ ਤੋਂ ਦੂਰ ਕਰ ਸਕੇ। ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਜਿਹੜੀ ਕਿ ਮਾਨਸਿਕ ਲੈਵਲ ਤੇ ਆਪਾਂ ਨੂੰ ਹੈਲਦੀ ਰਹਿਣਾ ਚਾਹੀਦਾ ਹੈ। ਹੂੰ ਇਸ ਤੋਂ ਇਲਾਵਾ ਸਰੀਰਕ ਹੈਲਥ ਲਈ ਜਿਹੜੀ ਹੈਗੀ ਕਿ ਜਿਹੜੀ ਰੈਗੂਲਰ ਐਕਟੀਵਿਟੀ ਕਰਨਾ। ਜੀ ਹਰ ਬੰਦੇ ਦੀ ਜਿਹੜੀ ਮੈਟਾਬੋਲਿਕ ਸਟੇਟ ਹੈ ਡਿਫਰੈਂਟ ਹੁੰਦੀ ਹੈ, ਤੇ ਤੁਸੀਂ ਆਪਣੀ ਮੈਟਾਬੋਲਿਕ ਕੰਡੀਸ਼ਨ ਦੇ ਅਕੋਰਡਿੰਗਲੀ ਤੁਸੀਂ ਆਪਣੀ ਬੋਡੀ ਨੂੰ ਅਡੈਪਟ ਕਰਨਾ ਹੈ, ਤੇ ਰੈਗੂਲਰ ਐਕਟੀਵਿਟੀ ਕਰਨੀ ਹੈ। ਜੀ ਚਾਹੇ ਉਹ ਤੁਸੀਂ 2-4-5 ਕਿਲੋਮੀਟਰ ਦੀ ਸੈਰ ਕਰੋ, ਸਵੇਰੇ ਸ਼ਾਮੀ ਕਰੋ, ਜਿਹੜਾ ਵੀ ਟਾਈਮ ਤੁਹਾਨੂੰ ਸੂਟ ਕਰਦਾ ਤੁਸੀਂ ਉਸ ਟਾਈਮ ਤੇ ਡਿਸਾਈਡ ਕਰਕੇ ਸੈਰ ਕਰ ਸਕਦੇ ਹੋ। ਇਹ ਤੋਂ ਇਲਾਵਾ ਰੈਗੂਲਰ ਐਕਟੀਵਿਟੀ ਕਰਨੀ ਚਾਹੀਦੀ ਹੈ ਆਪਾਂ ਨੂੰ। ਜੀ ਸਾਈਕਲਿੰਗ ਜੇ ਹੈ ਉਹ ਇੱਕ ਬਹੁਤ ਅੱਛੀ ਐਕਟੀਵਿਟੀ ਹੈ, ਬਹੁਤ ਅੱਛੀ ਐਕਸਰਸਾਈਜ਼ ਹੈ, ਹੂੰ ਜਿਹੜੀ ਆਪਾਂ ਨੂੰ ਰੈਗੂਲਰਲੀ ਅਪਣਾਈਏ, ਤੇ ਨਾ ਕੇਵਲ ਆਪਣੀ ਬੋਡੀ ਲਈ, ਆਪਣੇ ਸਰੀਰ ਲਈ ਇਹ ਬੈਨੀਫਿਟ ਹੈ, এনवायरमेंट ਲਈ ਵੀ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਤੇ ਬਹੁਤ ਜੀ ਹੈਲਦੀ ਚੀਜ਼ ਹੈ। ਡਾਕਟਰ ਗੋਇਲ, ਜਿਸ ਤਰ੍ਹਾਂ ਤੁਸੀਂ এনवायरमेंट ਦੀ ਗੱਲ ਕੀਤੀ ਹੈ, ਜੇਕਰ ਪੋਲਿਊਸ਼ਨ ਦੀ ਗੱਲ ਕਰ ਲਈਏ ਤਾਂ ਪੋਲਿਊਸ਼ਨ ਬਹੁਤ ਜ਼ਿਆਦਾ ਵੱਧ ਗਿਆ। ਪੋਲਿਊਸ਼ਨ ਕਰਕੇ ਅੱਗੇ ਬਿਮਾਰੀਆਂ ਕਾਫੀ ਜ਼ਿਆਦਾ ਵੱਧ ਰਹੀਆਂ, ਜਿੱਦਾਂ ਸਾਹ ਦੀ ਸਮੱਸਿਆ ਹੋ ਗਈ, ਕਿਸੇ ਨੂੰ ਸਕਿਨ ਦੀਆਂ ਪ੍ਰੋਬਲਮਸ ਹੁੰਦੀਆਂ, ਤਾਂ ਕਿਵੇਂ ਅਸੀਂ ਆਪਦੇ ਆਪ ਨੂੰ ਪੋਲਿਊਸ਼ਨ ਤੋਂ ਬਚਾ ਸਕਦੇ ਹਾਂ? ਬਿਲਕੁਲ ਰਾਜਵਿੰਦਰ ਜੀ, ਤੁਹਾਡੀ ਗੱਲ ਬਹੁਤ ਸਹੀ ਹੈ ਕਿ ਪੋਲਿਊਸ਼ਨ ਜਿਹੜਾ ਕਿ ਇੰਨਾ ਵੱਧ ਗਿਆ ਹੈ ਕਿ ਜੀ ਜਿਹਦੇ ਨਾਲ ਕਿ ਸਾਹ ਦੀਆਂ ਬਿਮਾਰੀਆਂ, ਸਕਿਨ ਦੀ ਹੂੰ ਪ੍ਰੋਬਲਮਸ, ਕੈਂਸਰਸ ਤੇ ਹੋਰ ਬਾਕੀ ਸਾਰੀਆਂ ਪ੍ਰੋਬਲਮਸ ਵੀ ਵੱਧ ਰਹੀਆਂ ਨੇ। ਜੀ ਤੇ ਦੇਖੋ, ਸਭ ਤੋਂ ਇੰਪੋਰਟੈਂਟ ਚੀਜ਼ ਤਾਂ ਹੈ ਕਿ ਜੀ ਪੋਲਿਊਸ਼ਨ ਇੱਕ ਇਹੋ ਜਿਹੀ ਚੀਜ਼ ਹੈ ਜਿਹਨੂੰ ਆਪਾਂ ਇਕੱਲੇ ਨਹੀਂ ਆਪਾਂ ਉਹਨੂੰ ਕੰਟਰੋਲ ਕਰ ਜੀ ਸਕਦੇ। ਇਹ ਸਭ ਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪੈਣਾ ਇਹਦੇ ਵਾਸਤੇ। ਹੂੰ ਤੇ ਛੋਟੇ ਚੀਜ਼ਾਂ ਜਿਹੜੀਆਂ ਆਪਾਂ ਕਰ ਸਕਦੇ ਹਾਂ ਕਿ ਜੀ ਕਾਰਪੂਲਿੰਗ ਕਰੀਏ, ਆਪਾਂ ਇਕੱਠੇ ਪਬਲਿਕ ਟਰਾਂਸਪੋਰਟ ਦਾ ਯੂਜ਼ ਕਰੀਏ। ਜੀ ਤੇ ਇਹ ਤੋਂ ਇਲਾਵਾ ਜਿਹੜੀ ਆਪਣੀ ਪ੍ਰੋਟੈਕਸ਼ਨ ਹੈ, ਪਰਸਨਲ ਪ੍ਰੋਟੈਕਸ਼ਨ ਵਾਸਤੇ ਖਾਸ ਕਰਕੇ, ਕਿ ਜਦੋਂ ਵੀ ਆਪਾਂ ਕਿਸੇ ਇਸ ਤਰ੍ਹਾਂ ਦੀ ਧੂਲ ਮਿੱਟੀ ਵਾਲੀ ਜਗ੍ਹਾ 'ਚ ਜਾਣਾ ਹੈ, ਤੇ ਧੂਏ ਹੂੰ ਵਾਲੀ ਜਗ੍ਹਾ ਤੇ ਜਾਣਾ ਹੈ, ਤੇ ਜੀ ਆਪਾਂ ਆਪਣਾ ਮਾਸਕ ਯੂਜ਼ ਕਰੀਏ।
ਹੁਣ ਕੋਵਿਡ ਦੇ ਟਾਈਮ 'ਚ ਆਪਾਂ ਦੇਖਿਆ ਕਿ ਲੋਕਾਂ ਨੂੰ ਮਾਸਕ ਯੂਜ਼ ਕਰਨ ਦੀ ਆਦਤ ਪੈ ਗਈ ਸੀ, ਤੇ ਆਪਾਂ ਮਾਸਕ ਜ਼ਰੂਰ ਯੂਜ਼ ਕਰੀਏ। ਜੀ ਇਹ ਤੋਂ ਇਲਾਵਾ ਆਪਣੀ ਸਕਿਨ ਨੂੰ ਪ੍ਰੋਟੈਕਟ ਕਰਨ ਲਈ ਜਿਹੜੀ ਹੈਗੀ ਹੈ ਕਿ ਸਨਸਕ੍ਰੀਨਸ ਆਉਂਦੀਆਂ ਨੇ, ਖਾਸ ਕਰਕੇ ਜਿਹੜੇ ਲੋਕੀ ਜ਼ਿਆਦਾ ਧੁੱਪੇ ਜ਼ਿਆਦਾ ਜਾਂਦੇ ਨੇ, ਉਹਨਾਂ ਨੂੰ ਜੀ ਸਨਸਕ੍ਰੀਨ ਯੂਜ਼ ਕਰਨੀ ਚਾਹੀਦੀ ਹੈ। ਹੂੰ ਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਆਪਾਂ ਕਰ ਸਕਦੇ ਹਾਂ, ਕਿ ਜਿਹਦੇ ਨਾਲ ਆਪਾਂ ਪੋਲਿਊਸ਼ਨ ਨੂੰ ਅਵੋਇਡ ਕਰ ਸਕਦੇ ਹਾਂ। ਜੀ ਦੂਸਰੀ ਚੀਜ਼ ਹੈ ਕਿ ਜੀ ਜਿਹੜੀ ਸਮੋਕਿੰਗ ਵਗੈਰਾ ਹੈ, ਉਹ ਜੀ ਆਪਾਂ ਜਿਹੜਾ ਕੋਈ ਬੰਦੇ ਕਰਦੇ ਨੇ ਤੇ ਉਹਨੂੰ ਵੀ ਅਵੋਇਡ ਕਰਨਾ ਚਾਹੀਦਾ ਹੈ, ਬਿਕੋਜ਼ ਸਮੋਕਿੰਗ ਦਾ ਇੱਕ ਕਿਊਮੂਲੇਟਿਵ ਇਫੈਕਟ ਹੁੰਦਾ ਹੈ। ਇਨਵਾਇਰਨਮੈਂਟਲ ਪੋਲਿਊਸ਼ਨ ਹੈ, ਪਲੱਸ ਡੋਮੈਸਟਿਕ ਪੋਲਿਊਸ਼ਨ ਜਿਹੜਾ ਹੈ ਕਿ ਉਹ ਹੁੰਦਾ ਹੈ, ਉਹਦੇ ਨਾਲ ਜੀ ਸਾਰੀਆਂ ਚੀਜ਼ਾਂ ਦੀ ਪ੍ਰੋਬਲਮ ਵੱਧ ਸਕਦੀਆਂ ਨੇ। ਹੂੰ ਇਹ ਤੋਂ ਇਲਾਵਾ ਹੋਰ ਕਈ ਸਾਰੇ ਮੈਥਡਸ ਨੇ ਕਿ ਆਪਾਂ ਕਰ ਸਕਦੇ ਹਾਂ, ਕਿ ਜਿਨ੍ਹਾਂ ਨਾਲ ਕਿ ਆਪਾਂ ਪੋਲਿਊਸ਼ਨ ਘਟਾ ਸਕਦੇ ਹਾਂ। ਪੇੜ ਲਗਾਉਣਾ, ਤਾਜ਼ੀ ਹਵਾ ਲੈਣਾ, ਤਾਂ ਕਿ ਆਪਣਾ ਜਿਹੜਾ ਐਕਸਪੋਜ਼ਰ ਹੈ ਜੀ ਕਲੀਨ ਏਅਰ ਨੂੰ, ਉਹ ਇੰਪਰੂਵ ਹੋ ਸਕਦੇ। ਉਹ ਹੂੰ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਆਪਾਂ ਨੂੰ ਪੋਲਿਊਸ਼ਨ ਦੇ ਇਫੈਕਟਸ ਤੋਂ ਬਚਾ ਸਕਦੀਆਂ ਨੇ। ਹੂੰ ਡਾਕਟਰ ਗੋਇਲ, ਇੱਕ ਹੋਰ ਜਿਹੜੀ ਵੱਡੀ ਸਮੱਸਿਆ, ਚਿੰਤਾ ਬਹੁਤ ਵੱਡੀ ਸਮੱਸਿਆ ਹੈ। ਕੋਈ ਵੀ ਇਨਸਾਨ ਹੈ, ਅਗਰ ਉਹਦੇ ਨਾਲ ਗੱਲ ਕਰੀਏ ਤਾਂ ਹਰ ਇਨਸਾਨ ਇਹੀ ਕਹਿੰਦਾ ਕਿ ਮੈਂ ਸਟ੍ਰੈਸ 'ਚ ਹਾਂ, ਮੈਂ ਚਿੰਤਾ ਹੈ। ਹਰ ਕਿਸੇ ਪਰਸਨ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਚਿੰਤਾਵਾਂ ਬੇਸ਼ੱਕ ਹੋਣਗੀਆਂ, ਪਰ ਇਹਦੇ ਨਾਲ ਅਗਰ ਗੱਲ ਕਰੀਏ ਤਾਂ ਹੋਰ ਕਿੰਨੀਆਂ ਪ੍ਰੋਬਲਮ ਅਸੀਂ ਫੇਸ ਕਰਦੇ ਹਾਂ। ਜੇ ਚਿੰਤਾ ਤੁਹਾਨੂੰ ਹੋ ਰਹੀ ਹੈ ਤਾਂ ਹੋਰ ਕਿੰਨੀਆਂ ਬਿਮਾਰੀਆਂ ਅਸੀਂ ਫੇਸ ਕਰਾਂਗੇ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜੀ ਜਿਹੜਾ ਚਿੰਤਾ ਜਾਂ ਸਟ੍ਰੈਸ ਜਿਹੜਾ ਹੈ, ਉਹ ਚਾਹੇ ਜੀ ਕਿਸੇ ਵੀ ਤਰ੍ਹਾਂ ਦਾ ਹੋਵੇ, ਉਹ ਹਰ ਕਿਸੇ ਪ੍ਰੋਬਲਮ ਨੂੰ ਐਕਸੈਲਰੇਟ ਕਰ ਦਿੰਦਾ ਹੈ। ਉਹਦੇ ਜੀ ਨਾਲ, ਚਿੰਤਾ ਦੇ ਨਾਲ, ਸਟ੍ਰੈਸ ਨਾਲ ਤੁਸੀਂ ਡਿਪਰੈਸ਼ਨ ਹੋ ਸਕਦਾ ਹੈ, ਐਂਗਜ਼ਾਇਟੀ ਹੋ ਸਕਦੀ ਹੈ। ਤੇ ਹੂੰ ਸਟ੍ਰੈਸ ਜਿਹੜਾ ਹੈਗਾ ਕਿ ਇਟ ਇਜ਼ ਨੋਨ ਟੂ ਨਾਓ ਲੀਡ ਟੂ ਪ੍ਰੋਬਲਮ ਜਿਹੜੀਆਂ ਆਉਂਦੀਆਂ ਨੇ, ਜਿਵੇਂ ਕਿ ਹਾਰਟ ਡਿਜ਼ੀਜ਼ ਦੀ ਪ੍ਰੋਬਲਮਸ ਹੈ, ਸਟ੍ਰੋਕ ਦੀ ਪ੍ਰੋਬਲਮਸ ਹੈ, ਬਲੱਡ ਜੀ ਪ੍ਰੈਸ਼ਰ ਵਧਣ ਦੀ ਪ੍ਰੋਬਲਮਸ ਹੈ। ਇਹ ਹੂੰ ਸਾਰੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਕਿ ਇਹ ਐਕਸੈਲਰੇਟ ਹੋ ਸਕਦੀਆਂ ਨੇ, ਐਗਰੇਵੇਟ ਹੋ ਸਕਦੀਆਂ ਨੇ ਸਟ੍ਰੈਸ ਨਾਲ। ਜੀ ਤੇ ਤੁਹਾਡਾ ਸਟ੍ਰੈਸ ਫ੍ਰੀ ਰਹਿਣਾ ਬਹੁਤ ਇੰਪੋਰਟੈਂਟ ਹੈ। ਜੇ ਤੁਸੀਂ ਕੰਟੀਨਿਊਸਲੀ ਸਟ੍ਰੈਸ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਡੀ ਪੂਰੀ ਬਾਡੀ ਹੈ ਉਹ ਹਾਈਪਰ ਐਕਟੀਵਿਟੀ ਦੀ ਸਟੇਜ ਦੇ ਵਿੱਚ ਰਹਿੰਦੀ ਹੈ, ਜਿਹਦੇ ਕਰਕੇ ਤੁਹਾਡੇ ਹੋਰ ਬਾਕੀ ਆਰਗਨਸ ਹੈ ਜਿਹੜੇ ਉਹ ਪ੍ਰੋਪਰ ਕੰਮ ਨਹੀਂ ਕਰ ਪਾਉਂਦੇ। ਜਿਹੜੀ ਜੀ ਉਹਨਾਂ ਦੀ ਸਿਨਰਜੀ ਹੈ, ਜਿਹੜਾ ਉਹਨਾਂ ਦਾ ਬੈਲੈਂਸ ਹੈ, ਉਹ ਡਿਸਟਰਬ ਹੋ ਜਾਂਦਾ ਹੈ। ਹੂੰ ਉਹਦੇ ਕਰਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਹੋ ਸਕਦੀਆਂ ਨੇ। ਡਿਪਰੈਸ਼ਨ, ਐਂਗਜ਼ਾਇਟੀ, ਇਹ ਚੀਜ਼ਾਂ ਜਿਹੜੀਆਂ ਕਿ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਤੇ ਖਾਸ ਕਰਕੇ ਇੰਪੋਰਟੈਂਟ ਹੈ ਕਿ ਇਹ ਚੀਜ਼ਾਂ ਡਾਇਰੈਕਟਲੀ ਆਪਾਂ ਨੂੰ ਆਪਣੇ ਸਾਹਮਣੇ ਵੀ ਨਹੀਂ ਆਉਂਦੀਆਂ ਹੈਗੀਆਂ। ਕਿ ਜੀ ਬਹੁਤ ਸਾਰੇ ਬੰਦੇ ਹੈ ਕਿ ਜਿਹੜੇ ਸਟ੍ਰੈਸ ਨਾਲ ਜੂਝ ਰਹੇ ਨੇ, ਪਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਜੇ ਅਸੀਂ ਸਟ੍ਰੈਸ ਨਾਲ ਪੀੜਿਤ ਹਾਂ, ਤੇ ਉਹਦੇ ਕਰਕੇ ਜਿਹੜੇ ਕਿ ਉਹਨਾਂ ਦੇ ਆਰਗਨਸ ਨੇ ਉਹ ਕੰਟੀਨਿਊਸਲੀ ਇਫੈਕਟ ਹੁੰਦੇ ਰਹਿੰਦੇ ਨੇ। ਜੀ ਤੇ ਉਹਨਾਂ ਦਾ ਡਾਇਰੈਕਟ ਇੰਪੈਕਟ ਜਿਹੜਾ ਹੈਗਾ ਕਿ ਫਿਰ ਚਾਹੇ ਹਾਰਟ ਅਟੈਕ ਹੈ ਜਾਂ ਸਟ੍ਰੋਕ ਹੈ ਜੀ ਜਾਂ ਕੋਈ ਹੋਰ ਪ੍ਰੋਬਲਮਸ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦਾ ਹੈ। ਜੀ ਆਪਾਂ ਦਿਲ ਦੀਆਂ ਬਿਮਾਰੀਆਂ ਬਾਰੇ ਵੀ ਗੱਲਬਾਤ ਕਰਾਂਗੇ, ਪਰ ਸਾਡੇ ਇੱਕ ਕਾਲਰ ਜੁੜ ਚੁੱਕੇ ਨੇ ਸਾਡੇ ਨਾਲ। ਜੀ ਕਿੱਥੋਂ ਬੋਲ ਰਹੇ ਹੋ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਮੈਂ ਅਵਤਾਰ ਸਿੰਘ ਬੋਲਦਾ ਮਲੋਟ ਤੋਂ। ਜੀ ਕੀ ਪੁੱਛਣਾ ਚਾਹੁੰਦੇ ਹੋ? ਮੈਮ, ਇੱਕ ਤਾਂ ਜਿਹੜਾ ਤੁਹਾਡਾ ਪ੍ਰੋਗਰਾਮ ਆ ਬਹੁਤ ਸੋਹਣਾ ਲੱਗ ਰਿਹਾ ਜੀ, ਵਧੀਆ ਜੀ ਲੱਗ ਰਿਹਾ ਪ੍ਰੋਗਰਾਮ। ਸ਼ੁਕਰੀਆ ਤੁਸੀਂ ਜੀ। ਲੋਕ, ਹਾਂਜੀ। ਹੂੰ ਤੇ ਇੱਕ ਨਾ ਅਸੀਂ ਨਾ ਪ੍ਰਾਈਵੇਟ ਕੰਪਨੀ ਜੌਬ ਕਰਦੇ ਹਾਂ, ਜੀ ਸਾਡੀਆਂ ਸ਼ਿਫਟਾਂ ਹੁੰਦੀਆਂ ਨੇ ਜੀ, ਹਨਾ। ਜੀ ਅਸੀਂ ਪੂਰਾ ਦਿਨ ਸ਼ਿਫਟਾਂ 'ਚ ਨਿਕਲ ਜਾਂਦਾ ਤੇ ਅਰਲੀ ਮਾਰਨਿੰਗ ਭੱਜਣਾ ਪੈਂਦਾ ਸਾਨੂੰ, ਹਨਾ। ਤੇ ਜੀ ਮਾਰਨਿੰਗ ਦੇ ਵਿੱਚ ਇਦਾਂ ਦਾ ਕਿਹੜਾ ਕੀ ਅਸੀਂ ਡਾਈਟ ਰੱਖੀਏ ਤੇ ਪੂਰਾ ਦਿਨ ਸਾਨੂੰ એનર્ਜੀ ਮਿਲਦੀ ਰਹੇ ਤੇ ਸਾਡੀ ਸਿਹਤ ਵੀ ਠੀਕ ਰਹੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਮਾਰਨਿੰਗ ਡਾਈਟ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਫੁੱਲ ਡੇ ਸਾਡੇ 'ਚ એનર્ਜੀ ਰਵੇ? ਬਿਲਕੁਲ। ਇਹ ਦੇਖੋ ਇੱਕ ਬਹੁਤ ਵਾਜਿਬ ਸਵਾਲ ਹੈ ਤੇ ਬਹੁਤ ਕਾਮਨ ਪ੍ਰੋਬਲਮ ਹੈ ਜਿਹੜੀ ਲੋਕੀ ਫੇਸ ਕਰਦੇ ਨੇ। ਜੀ ਖਾਸ ਕਰਕੇ ਜਿਹੜੇ ਲੋਕੀ ਸ਼ਿਫਟ ਡਿਊਟੀਜ਼ ਕਰਦੇ ਨੇ, ਉਹਨਾਂ ਹੂੰ ਵਾਸਤੇ ਮੈਂ ਇਹ ਕਹੂੰਗਾ ਕਿ ਦੇਖੋ, ਬ੍ਰੇਕਫਾਸਟ ਜਿਹੜਾ ਹੈ ਕਿ ਤੁਹਾਡਾ ਡੇ ਦਾ ਜਿਹੜਾ ਸਭ ਤੋਂ ਪਹਿਲਾ ਮੀਲ ਹੈ, ਉਹ ਬਹੁਤ ਅਹਿਮ ਮੀਲ ਹੁੰਦਾ ਹੈ। ਜੀ ਉਹ ਤੁਹਾਨੂੰ ਬਹੁਤ ਇੱਕ ਹੈਲਦੀ ਮੀਲ ਲੈਣਾ ਚਾਹੀਦਾ ਹੈ। ਉਹਦੇ ਤੁਸੀਂ ਫਰੂਟਸ ਵੀ ਲੈਣਾ ਚਾਹੀਦੇ ਨੇ ਤੁਹਾਨੂੰ। ਤੇ ਜਿਹੜੀ ਆਪਣੀ ਹੈਗੀ ਕਿ ਆਪਾਂ ਫਰਮੈਂਟਡ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਉਹ ਆਪਾਂ ਐਡ ਕਰ ਸਕਦੇ ਹਾਂ ਆਪਣੇ ਖਾਣੇ ਦੇ ਵਿੱਚ। ਇਹ ਤੋਂ ਇਲਾਵਾ ਸਪਰਾਊਟਸ ਵਗੈਰਾ ਨੇ ਜਿਹੜੇ ਕਿ ਉਹ ਆਪਾਂ ਨੂੰ ਐਡ ਕਰਨੇ ਚਾਹੀਦੇ ਨੇ। ਜੀ ਇਹ ਸਾਰੀ ਚੀਜ਼ਾਂ ਜੇ ਆਪਾਂ ਐਡ ਕਰੀਏ ਤਾਂ ਡੈਫੀਨਿਟਲੀ ਆਪਾਂ ਇੱਕ ਅੱਛਾ ਬ੍ਰੇਕਫਾਸਟ ਕਰ ਸਕਦੇ ਹਾਂ। ਜੀ ਤੇ ਇਹ ਤੋਂ ਇਲਾਵਾ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਸ਼ਿਫਟ ਡਿਊਟੀ ਵੀ ਕਰਦੇ ਹੋ ਤਾਂ ਤੁਸੀਂ ਨਾਲ ਆਪਣੇ ਨਾਲ ਕੁਝ ਕੈਰੀ ਕਰੋ। ਜੀ ਛੋਟੇ ਛੋਟੇ ਚਾਹੇ ਮੀਲਸ ਹੋਣ, ਚਾਹੇ ਜਿਵੇਂ ਸਪਰਾਊਟਸ ਵਗੈਰਾ ਨੇ, ਉਹ ਅੱਜ ਕੱਲ੍ਹ ਬਹੁਤ ਹੈਲਦੀ ਹੁੰਦੇ ਨੇ, ਰਿਚ ਇਨ ਪ੍ਰੋਟੀਨਸ ਹੁੰਦੇ ਨੇ। ਤੇ ਇਹ ਚੀਜ਼ਾਂ ਤੁਸੀਂ ਆਪਣੇ ਨਾਲ ਰੱਖੋ ਤਾਂ ਕਿ ਜਦੋਂ ਵੀ ਤੁਹਾਨੂੰ ਸ਼ਿਫਟ ਦੇ ਵਿੱਚ ਕਿਤੇ ਬ੍ਰੇਕ ਮਿਲੇ ਤਾਂ ਤੁਸੀਂ ਛੋਟਾ ਜਿਹਾ ਇੱਕ ਮੀਲ ਲੈ ਸਕੋ, ਤਾਂ ਕਿ ਤੁਸੀਂ ਕੰਟੀਨਿਊਸਲੀ ਜਿਹੜੀ ਤੁਹਾਨੂੰ ਬਾਡੀ ਨੂੰ એનર્ਜੀ ਮਿਲਦੀ ਰਹੇ, ਤੁਹਾਨੂੰ ਨਿਊਟ੍ਰੀਸ਼ਨ ਮਿਲਦੀ ਰਹੇ। ਜੀ ਔਰ ਡਾਕਟਰ ਗੋਇਲ, ਥੋੜੇ ਸ਼ਬਦਾਂ 'ਚ ਸਿਹਤਮੰਦ ਰਹਿਣ ਲਈ ਅਗਰ ਟਿਪਸ ਤੁਸੀਂ ਦੱਸੋ। ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਕਿ ਜੀ ਕਿ ਤੁਸੀਂ ਐਜ਼ ਅ ਫੈਮਿਲੀ, ਤੇ ਫੈਮਿਲੀ ਦੀ ਸਪੋਰਟ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ। ਜੀ ਸਟ੍ਰੈਸ ਫ੍ਰੀ ਰਹਿਣ ਲਈ ਤੁਸੀਂ ਇੱਕ ਸਿਹਤਮੰਦ ਪਰਿਵਾਰ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਜੀ ਆਪਣੇ ਆਪ ਨੂੰ ਫੈਮਿਲੀ ਦੀ ਐਕਟੀਵਿਟੀਜ਼ ਇਨਵੋਲਵ ਕਰੋ। ਤੇ ਦੂਸਰੀ ਗੱਲ ਇਹ ਹੈ ਕਿ ਜੀ ਕਿ ਜਿੰਨਾ ਜ਼ਿਆਦਾ ਹੋ ਸਕੇ ਉਹਨਾਂ ਆਪਣਾ ਫਿਜ਼ੀਕਲ ਐਕਟੀਵਿਟੀ ਤੇ ਜ਼ਰੂਰ ਧਿਆਨ ਦਿਓ। ਜੀ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਜੇ ਆਪਾਂ ਕਰੀਏ ਤਾਂ ਇਹ ਆਪਾਂ ਇੱਕ ਹੈਲਦੀ ਲਾਈਫ ਸਟਾਈਲ ਜ਼ਰੂਰ ਜੀ ਸਕਦੇ ਹਾਂ। ਜੀ ਬਹੁਤ ਸ਼ੁਕਰੀਆ ਡਾਕਟਰ ਗੋਇਲ, ਤੁਸੀਂ ਇੰਨੀ ਕੀਮਤੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਤਾਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰ ਰਹੇ ਸੀ ਕਿ ਕਿਸ ਤਰ੍ਹਾਂ ਸਿਹਤਮੰਦ ਜੀਵਨ ਜੀ ਸਕਦੇ ਹਾਂ। ਤਾਂ ਸਭ ਤੋਂ ਜ਼ਰੂਰੀ ਹੈ ਆਪਣਾ ਲਾਈਫ ਸਟਾਈਲ ਸਹੀ ਕਰਨਾ, ਸਹੀ ਸਮੇਂ ਤੇ ਖਾਣਾ ਖਾਣਾ ਔਰ ਪਾਣੀ ਵੱਧ ਤੋਂ ਵੱਧ ਪੀਣਾ। ਔਰ ਡਾਕਟਰ ਨੇ ਜੋ ਐਡਵਾਈਸ ਦਿੱਤੀ ਹੈ, ਜੋ ਸਲਾਹ ਦਿੱਤੀ ਹੈ, ਉਸ 'ਤੇ ਅਮਲ ਜ਼ਰੂਰ ਕਰਨਾ। ਕੱਲ ਫਿਰ ਹਾਜ਼ਰ ਹੋਵਾਂਗੇ ਇੱਕ ਨਵਾਂ ਟੌਪਿਕ ਲੈ ਕੇ। ਤਦ ਤੱਕ ਲਈ ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ ਦੇ ਨਾਲ।